Good evening, students. Today we'll discuss about the polymerase chain reactions. This is the next step in the recombinant DNA technology. The different processes ਜਿਹੜੇ ਬੇਟਾ ਆਪਾਂ already discuss ਕਰਦੇ ਹੀ ਆ ਰਹੇ ਹਾਂ. In the previous lecture we discussed about the different types of vectors. ਅਸੀਂ through vectors ਦੇ ਕਿਵੇਂ different ਜਿਹੜੀਆਂ ਨੇ DNA ਦੀਆਂ copies ਬਣਾ ਸਕਦੇ ਹਾਂ ਉਸ ਦੇ ਬਾਰੇ discuss ਕੀਤਾ ਸੀਗਾ. But now we are going to discuss about polymerase chain reaction. Now first of all beta we'll see ki what is PCR polymerase chain reaction. ਜਿਵੇਂ ਡੈਫੀਨੇਸ਼ਨ ਦੇ ਵਿੱਚ ਇੱਥੇ ਮੈਂਸ਼ਨ ਕੀਤਾ ਹੈ, ਇਟ ਇਜ਼ ਅ ਕਾਮਨ ਲੈਬੋਰਟਰੀ ਟੈਕਨੀਕ ਯੂਜ਼ ਟੂ ਮੇਕ ਮੈਨੀ ਕਾਪੀਜ਼ ਮਿਲੀਅਨਸ ਔਰ ਬਿਲੀਅਨਸ of a particular region of DNA. ਇੱਕ ਖਾਸ DNA region ਦੀਆਂ ਅਸੀਂ ਮਿਲੀਅਨ ਔਰ ਬਿਲੀਅਨਸ ਆਫ ਕਾਪੀਜ਼ ਜਿਹੜੀਆਂ ਨੇ that we can make with the help of this technique. For in the PCR what we need, ਸਾਨੂੰ ਕੀ ਚੀਜ਼ਾਂ ਜਿਹੜੀਆਂ ਬੇਟੇ ਉਹ ਚਾਹੀਦੀਆਂ ਨੇ. ਸਭ ਤੋਂ ਪਹਿਲਾਂ ਜਿਵੇਂ ਤੁਸੀਂ ਹੈਡਿੰਗ ਦੇਖ ਰਹੇ ਹੋ ਦੈਟ ਇਜ਼ ਟੈਗ ਪੋਲੀਮੀਰੇਜ਼. ਮਿਰੇਜ਼ ਯਾਨੀ ਕਿ ਇਹ ਕੋਈ ਨਾ ਕੋਈ ਇੰਜ਼ਾਈਮ ਹੈ. ਇਟ ਇਜ਼ ਅ ਇੰਜ਼ਾਈਮ ਦੈਟ ਇਜ਼ ਮੋਸਟ essential in the process of PCR. ਸੋ ਇਹੀ ਇੱਕ ਇੰਜ਼ਾਈਮ ਹੈ ਜਿਸ ਦੇ ਨਾਲ DNA ਦੀਆਂ ਅਸੀਂ ਨਿਊ ਕਾਪੀਜ਼ ਬਣਾ ਸਕਦੇ ਹੈਗੇ ਆ. And this enzyme is extracted from a special type of heat tolerant bacterium known as Thermus aquaticus. ਔਰ ਥਰਮਸ ਇਕੁਐਟਿਕਸ, ਬੇਟਾ ਥਰਮਸ ਦਾ ਮਤਲਬ ਹੁੰਦਾ ਹੈਗਾ ਹੀਟ, ਇਕੁਐਟਿਕਸ ਯਾਨੀ ਕਿ ਇਕੁਐਟਿਕ ਤੋਂ ਬਣਿਆ ਹੈ ਨਾ, ਜਿਹੜਾ ਕਿ ਇਕੁਐਟਿਕ ਮਤਲਬ ਪਾਣੀ ਜਾਂ ਸਮੁੰਦਰ ਦੇ ਆਸ-ਪਾਸ. ਸੋ ਥਰਮਸ ਹੈ ਗਰਮ ਪਾਣੀ, ਜਿੱਥੇ ਗਰਮ ਪਾਣੀ ਦੇ ਵੈਂਟਸ ਨੇ, ਜਿੱਥੇ ਗਰਮ ਪਾਣੀ ਦੇ ਹੌਟ ਸਪਰਿੰਗਸ ਔਰ ਹਾਈਡਰੋਥਰਮਲ ਵੈਂਟਸ ਨੇ, ਉੱਥੋਂ ਸਾਨੂੰ ਇਹ ਬੈਕਟੀਰੀਅਮ ਮਿਲਦਾ ਹੈ. ਔਰ ਫਰੋਮ ਦਿਸ ਬੈਕਟੀਰੀਅਮ ਵੀ ਗੈਟ ਦਿਸ ਇੰਜ਼ਾਈਮ. ਤਾਂ ਇਹ ਹੀਟ ਟੋਲਰੈਂਟ ਹੈ, ਯਾਨੀ ਕਿ ਹੀਟ ਦੇ ਕਾਫੀ ਹਾਈ ਟੈਂਪਰੇਚਰ 'ਤੇ ਵੀ ਇਸ ਨੂੰ ਜਿਹੜਾ ਹੈ ਕੋਈ ਅਸਰ ਨਹੀਂ ਹੁੰਦਾ ਹੈਗਾ. ਸੋ ਦੈਟ ਇਜ਼ ਵਾਈ ਦਿਸ ਇਜ਼ ਕਾਲਡ ਐਜ਼ ਅ ਹੀਟ ਟੋਲਰੈਂਟ ਇੰਜ਼ਾਈਮ. ਐਂਡ ਮੇਨ ਫੰਕਸ਼ਨ ਕੀ ਹੈ ਬੇਟਾ ਇਸ ਇੰਜ਼ਾਈਮ ਦਾ? ਇਟ ਡੀਨੇਚਰ ਦਾ ਟੈਂਪਲੇਟ DNA ਔਰ ਸੈਪਰੇਟ ਇਟਸ ਸਟੈਂਡਸ. ਜਿਹੜਾ ਅਸੀਂ DNA ਦਾ ਸੈਗਮੈਂਟ ਹੈ ਉਸਨੂੰ ਡੀਨੇਚਰ ਯਾਨੀ ਕਿ ਉਸਦੇ ਦੋ ਅਲੱਗ ਸਟੈਂਡਸ ਨੂੰ ਸੈਪਰੇਟ ਕਰ ਦੇਗਾ. ਸੋ ਫਸਟ ਆਫ ਆਲ ਵੀ ਨੀਡ ਅ ਸਪੈਸ਼ਲ ਟਾਈਪ ਆਫ ਇੰਜ਼ਾਈਮ. ਇਹ ਤਾਂ ਹੋ ਗਿਆ ਟੈਗ ਪੋਲੀਮਰੇਜ਼. ਉਸ ਤੋਂ ਬਾਅਦ ਨੈਕਸਟ ਜਿਹੜੀ ਚੀਜ਼ ਸਾਨੂੰ ਚਾਹੀਦੀ ਹੈ ਦੈਟ ਆਰ PCR ਪ੍ਰਾਈਮਰਸ, ਪੋਲੀਮਰੇਜ਼ ਚੇਨ ਰਿਐਕਸ਼ਨਸ. ਪ੍ਰਾਈਮਰਸ ਕੀ ਹੁੰਦੇ ਨੇ ਬੇਟਾ? ਦੇ ਆਰ ਵੈਰੀ ਸਮਾਲ ਸੈਗਮੈਂਟਸ ਆਫ DNA, ਫਿਊ ਨਿਊਕਲੀਓਟਾਈਡਸ ਦੇ ਬਣੇ ਹੁੰਦੇ ਨੇ. ਔਰ ਇਹ ਜਿਹੜਾ ਸਾਡਾ ਕਹਿੰਦਾ ਟੈਗ ਪੋਲੀਮਰੇਜ਼ ਹੈ ਤਾਂ ਹੀ DNA ਨੂੰ ਬਣਾ ਪਾਏਗਾ, ਤਾਂ ਹੀ ਉਸਦੀਆਂ ਕਾਪੀਜ਼ ਬਣਾ ਪਾਏਗਾ ਜੇ ਸਾਡੇ ਕੋਲ ਪ੍ਰਾਈਮਰ ਹੋਏਗਾ. तो प्राइमर की है शॉर्ट सीक्वेंस ऑफ न्यूक्लियोटाइड दैट प्रोवाइड्स अ स्टार्टिंग पॉइंट ऑफ DNA सिंथेसिस. तो DNA जिथों DNA की सिंथेसिस जिथों स्टार्ट होनी है बेटा, ये प्राइमर ने स्टार्ट करनी है. सो PCR प्राइमर्स आर शॉर्ट पीसिस ऑफ सिंगल स्टैंडर्ड DNA. ਔਰ ਇਹ ਜਿਹੜੇ DNA ਪ੍ਰਾਈਮਰਸ ਨੇ ਇਹਨਾਂ ਤੋਂ ਬਿਨਾਂ ਸਾਡੀ ਜਿਹੜੀ ਹੈ ਸਿੰਥੇਸਿਸ ਆਫ DNA ਹੋ ਹੀ ਨਹੀਂ ਪਾਏਗੀ. ਸੋ ਨੈਕਸਟ ਵਟ ਵੀ ਨੀਡ ਇਜ਼ ਥਰਡ ਜਿਹੜਾ ਸਟੈਪ ਹੈ, ਇਹ ਇੱਥੇ ਬੇਟਾ ਤੁਸੀਂ ਡਾਇਗਰਾਮ ਦੇਖ ਰਹੇ ਹੋ, ਉਹੀ ਜਿਹੜੇ ਸਟੈਪਸ ਨੇ ਉਹ ਮੈਂ ਇਹ ਡਾਇਗਰਾਮ ਦੇ ਥਰੂ ਰਿਪਰੈਜ਼ੈਂਟ ਕਰ ਰਹੇ ਹਾਂ ਆਪਾਂ. ਸੋ ਪਹਿਲਾ ਹੈ ਇਹ ਸਾਡੇ ਕੋਲ ਪਰਟੀਕੂਲਰ ਟੈਂਪਲੇਟ DNA ਹੈ ਜਿਹੜਾ ਕਿ ਰਿਕੁਆਇਰਡ DNA ਹੈ, ਡਬਲ ਸਟੈਂਡਰਡ ਹੈ. ਇਸ ਦੀ ਡੀਨੇਚਰ ਜਿਹੜੀ ਹੈ ਉਹ ਸ਼ੁਰੂ ਹੋਈ ਹੈ. ਦੋ ਸੈਪਰੇਟ ਸਟੈਂਡਸ ਹੋ ਗਏ ਨੇ. ਇੱਕ ਸਟੈਂਡ ਇੱਧਰ ਆ ਗਿਆ ਹੈ, ਨੀਚੇ ਹੈ ਬੇਟਾ ਦਿਸ ਵਨ, ਐਂਡ ਸੈਕਿੰਡ ਸਟੈਂਡ ਇਜ਼ ਦਿਸ ਵਨ. ਔਰ ਇਹ ਰੈੱਡ ਕਲਰ ਦੇ ਕੀ ਨੇ ਸਾਡੇ ਕੋਲ? ਪ੍ਰਾਈਮਰਸ ਨੇ. ਇਹ ਅਸੀਂ ਪ੍ਰਾਈਮਰਸ ਆਪ ਐਡ ਕੀਤੇ ਨੇ. ਔਰ ਪ੍ਰਾਈਮਰਸ ਨੇ ਆਪਣਾ ਫਟਾਫਟ ਜਾ ਕੇ ਬੇਸ ਪੇਅਰ, ਖਾਸ ਪਰਟੀਕੂਲਰ ਬੇਸ ਪੇਅਰ ਦੇ ਬੇਸਿਸ ਨੂੰ ਆਈਡੈਂਟੀਫਾਈ ਕਰਕੇ ਉਸ ਦੇ ਨਾਲ ਜਿਹੜੀ ਹੈ ਉਹ ਪੇਅਰਿੰਗ ਕਰ ਲੈਣੀ ਹੈ. ਹਾਂਜੀ, ਸੋ ਆਹੀ ਸਟੈਪਸ ਬੇਟਾ ਚੱਲ ਰਹੇ ਨੇ. ਫਸਟ ਇਜ਼ ਟੈਂਪਲੇਟ DNA, ਦੈਨ ਇਜ਼ ਦਾ ਡੀਨੈਚੁਰੇਸ਼ਨ, ਔਰ ਫਿਰ ਪ੍ਰਾਈਮਰ ਬਾਈਂਡ ਦਾ ਟੈਂਪਲੇਟ. ਜਦੋਂ ਪ੍ਰਾਈਮਰ ਟੈਂਪਲੇਟ ਨੂੰ ਬਾਈਂਡ ਕਰਦਾ ਹੈ
ਤਾਂ ਅਸੀਂ ਇਸ ਨੂੰ ਜਿਹੜਾ ਹੈ ਅਨੀਲਿੰਗ ਬੋਲੀਦਾ ਹੈ। ਪਹਿਲਾ ਸਟੈਪ ਡੀਨੈਚੁਰੇਸ਼ਨ ਹੈ, ਦੂਸਰਾ ਅਨੀਲਿੰਗ ਹੈ। ਡੀਨੈਚੁਰੇਸ਼ਨ ਦੇ ਵਿੱਚ ਟੈਂਪਰੇਚਰ ਬੇਟਾ ਹਾਈ ਹੁੰਦਾ ਹੈ, ਔਰ ਅਨੀਲਿੰਗ ਦੇ ਵਿੱਚ ਅਸੀਂ ਟੈਂਪਰੇਚਰ ਨੂੰ ਥੋੜ੍ਹਾ ਡਾਊਨ ਕਰਕੇ ਪ੍ਰਾਈਮਰਸ ਨੇ ਅਟੈਚ ਹੋਣਾ ਹੈ। ਔਰ ਥਰਡ ਸਟੈਪ ਇਜ਼ ਦਾ ਐਕਸਟੈਂਸ਼ਨ, ਯਾਨੀ ਕਿ DNA ਦੀ ਸਿੰਥੇਸਿਸ ਜਿਹੜੀ ਹੈ ਉਹ ਸ਼ੁਰੂ ਹੋ ਜਾਏਗੀ। ਸੋ ਉਹੀ ਮੈਂ ਇਸ ਦੇ ਵਿੱਚ ਜਿਹੜਾ ਹੈ ਤੁਹਾਨੂੰ ਅੱਗੇ ਸਟੈਪਸ ਦੇ ਵਿੱਚ ਦੱਸਿਆ ਹੈ ਬੇਟਾ। ਸਭ ਤੋਂ ਪਹਿਲਾਂ ਡੀਨੈਚੁਰੇਸ਼ਨ ਹੈ, ਓਕੇ, ਹਾਂਜੀ, हाँ, यस, ਡੀਨੈਚੁਰੇਸ਼ਨ ਹੈ, ਉਸ ਤੋਂ ਬਾਅਦ ਐਨੀਲਿੰਗ ਹੈ, ਉਸ ਤੋਂ ਬਾਅਦ ਐਕਸਟੈਂਸ਼ਨ ਹੈ। ਸੋ ਡੀਨੈਚੁਰੇਸ਼ਨ ਦੇ ਟੈਂਪਰੇਚਰ ਬੇਟਾ ਜਿਹੜਾ ਹੈ ਤੁਸੀਂ ਦੇਖ ਰਹੇ ਹੋ ਇਟ ਇਜ਼ 96 ਡਿਗਰੀ, ਔਰ ਪ੍ਰਾਈਮਰ ਜਦੋਂ ਅਨੀਲਿੰਗ ਹੋਣੀ ਹੈ ਸਾਡਾ ਟੈਂਪਰੇਚਰ ਜਿਹੜਾ ਹੈ 55 ਡਿਗਰੀ ਆ ਗਿਆ ਹੈ। ਐਕਸਟੈਂਸ਼ਨ ਜਦੋਂ ਫਿਰ ਸਿੰਥੇਸਿਸ ਹੋਣੀ ਹੈ ਔਰ ਟੈਂਪਰੇਚਰ ਜਿਹੜਾ ਹੈ 72 ਡਿਗਰੀ ਹੋ ਗਿਆ ਹੈ। ਸੋ ਦਿਸ ਵਾਜ਼ ਰਿਗਾਰਡਿੰਗ ਦਾ PCR ਦਾ ਜਿਹੜੇ ਹੈ ਪੋਲੀਮਰੇਜ਼ ਚੇਨ ਰਿਐਕਸ਼ਨ ਦੇ ਡਿਫਰੈਂਟ ਸਾਈਕਲਸ ਜਿਹੜੇ ਨੇ ਇਸ ਤਰ੍ਹਾਂ ਚੱਲਦੇ ਹੈਗੇ ਨੇ। ਆਹ ਦੇਖੋ ਬੇਟਾ, ਇੱਕ ਪਰਟੀਕੂਲਰ ਜੀਨ ਸੀ, ਉਸ ਦੇ ਸਾਈਕਲ ਤੋਂ ਬਾਅਦ ਸਾਡੇ ਕੋਲ ਇੰਨੇ ਸਾਰੇ ਜਿਹੜੇ ਨੇ ਉਹ ਕਾਪੀਜ਼ ਜਿਹੜੀਆਂ ਨੇ DNA ਦੀਆਂ ਬਣ ਗਈਆਂ ਨੇ। ਐਂਡ ਹੁਣ ਇਹ DNA ਦੀਆਂ ਜਿਹੜੀਆਂ ਕਾਪੀਜ਼ ਬਣ ਗਈਆਂ ਨੇ ਕਾਫੀ ਸਾਰੀਆਂ, ਇਹਨਾਂ ਨੂੰ ਅਸੀਂ ਸੈਪਰੇਟ ਕਰਨਾ ਹੈ। ਸੋ ਵੀ ਹੈਵ ਅ ਸਪੈਸ਼ਲ ਟੈਕਨੀਕ ਕਾਲਡ ਐਜ਼ ਜੈਲ ਇਲੈਕਟ੍ਰੋਫੋਰੇਸਿਸ। Gel electrophoresis to visualize the result of PCR. ਸੋ ਹੁਣ PCR ਦੇ ਪੋਲੀਮਰੇਜ਼ ਚੇਨ ਰਿਐਕਸ਼ਨਸ ਦੇ ਥਰੂ ਜਿੰਨੇ ਵੀ DNA ਬਣੇ ਨੇ ਉਹ ਇਲੈਕਟ੍ਰੋਫੋਰੇਸਿਸ ਇੱਕ ਸਪੈਸ਼ਲ ਟੈਕਨੀਕ ਹੈ ਜਿਸ ਦੇ ਥਰੂ ਅਸੀਂ ਇਹਨਾਂ ਨੂੰ ਸੈਪਰੇਟ ਕਰ ਸਕੀਦਾ ਹੈ। ਉਹ ਡਾਇਗਰਾਮ ਦੇ ਵਿੱਚ ਬੇਟਾ ਤੁਸੀਂ ਦੇਖ ਰਹੇ ਹੋ, ਇਸ ਨੂੰ ਮੈਂ ਅੱਗੇ ਹੋਰ ਜਾ ਕੇ ਪ੍ਰੋਪਰਲੀ ਐਕਸਪਲੇਨ ਕਰਾਂਗੀ। ਇਸ ਦੇ ਵਿੱਚ ਇਹ ਇੱਕ ਜੈਲ ਜਿਹੜਾ ਹੈ ਉਸ ਦਾ ਇੱਕ ਪਰਟੀਕੂਲਰ ਤੁਸੀਂ ਕਹਿ ਸਕਦੇ ਹੋ ਸੈਗਮੈਂਟ ਹੈਗਾ, ਜਿਸ ਦੇ ਵਿੱਚ ਤੁਹਾਨੂੰ ਕੁਛ 100 BP ਯਾਨੀ ਕਿ 100 ਬੇਸ ਪੇਅਰ ਲਿਖਿਆ ਨਜ਼ਰ ਆ ਰਿਹਾ ਹੈ। ਉਸ ਤੋਂ ਬਾਅਦ 200, ਫਿਰ 300, 400 ਔਰ 500। ਇਹ 100, 200, 300, 400, 500 ਇਹ ਸਾਡੇ ਕੋਲ ਕਮਰਸ਼ੀਅਲ ਜਿਹੜੇ ਨੇ ਉਹ ਇੱਕ DNA ਦੇ ਜੇ ਤੁਸੀਂ ਕਹਿ ਸਕਦੇ ਹੋ ਕਮਰਸ਼ੀਅਲੀ ਅਵੇਲੇਬਲ ਇਹ ਸਾਡੇ ਕੋਲ ਸੈਗਮੈਂਟਸ ਨੇ। ਇਹ ਅਸੀਂ ਇੱਕ ਲੈਡਰ ਦੇ ਵਿੱਚ ਅਰੇਂਜ ਕੀਤੇ ਹੋਏ ਨੇ। ਇਹਨਾਂ ਦੇ ਨਾਲ ਹੀ ਇਹਨਾਂ ਦੇ ਕੰਪਲੀਮੈਂਟਰੀ ਅਸੀਂ ਕੋਈ ਵੀ ਸਸਪੈਕਟ 1, 2, 3 ਦਾ ਜਿਹੜਾ DNA ਹੈ ਜਿਸ ਦੀਆਂ ਕਾਪੀਜ਼ ਬਣਾਈਆਂ ਨੇ ਉਸ ਦੇ ਨਾਲ ਅਸੀਂ ਜਦੋਂ ਵੀ ਸਾਨੂੰ ਪਤਾ ਚੱਲਦਾ ਹੈ ਕਿ ਇਸ ਦੇ ਨਾਲ ਮੈਚਿੰਗ 400 ਦੇ ਨਾਲ ਸਾਡੇ ਕੋਲ ਇੱਥੇ ਮੈਚਿੰਗ ਹੋ ਰਹੀ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ 400 ਬੇਸ ਪੇਅਰ ਦਾ ਸੈਗਮੈਂਟ ਹੈ। ਅੱਗੇ ਬੇਟਾ ਤੁਸੀਂ ਹੋਰ ਕਲੀਅਰ ਕਰੋਗੇ, ਮੈਂ ਅੱਗੇ ਤੁਹਾਨੂੰ ਮੈਂ ਦੱਸਦੀ ਹੈਗੀ ਹਾਂ। ਇਹ ਆ ਗਿਆ ਐਪਲੀਕੇਸ਼ਨਸ ਆਫ PCR। ਸੋ ਐਪਲੀਕੇਸ਼ਨਸ ਦੇ ਵਿੱਚ ਪੋਲੀਮਰੇਜ਼ ਚੇਨ ਰਿਐਕਸ਼ਨਸ ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਦੱਸਿਆ ਹੈ ਕਿ ਫॉर ਮੇਕਿੰਗ ਦਾ ਕਾਪੀਜ਼ ਆਫ DNA, ਨਾਟ ਇਨ ਜਸਟ 100, in case of if we very small DNA and we can make million and billions of copies of DNA. DNA copies, and second thing is that ਕਿ ਇੱਕ ਸੀਕੁਐਂਸ ਕਿ ਜਦੋਂ ਪੋਲੀਮਰੇਜ਼ ਚੇਨ ਰਿਐਕਸ਼ਨ ਦੇ ਵਿੱਚ ਅਸੀਂ 100 ਬੇਸ ਪੇਅਰ, 200 ਬੇਸ ਪੇਅਰ, 300 ਬੇਸ ਪੇਅਰ ਦੇ ਡਿਫਰੈਂਟ ਟਾਈਪਸ ਆਫ ਜਿਹੜੇ DNA ਨੇ ਉਹਨਾਂ ਦੀ ਸੀਕੁਐਂਸਿਸ ਕਰ ਸਕੀਦਾ ਹੈ ਔਨ ਦਾ through the gel electrophoresis. And PCR has also, you can say, a very important application in forensic, that is in the criminology in solving the crime cases. ਜਿਵੇਂ ਤੁਸੀਂ ਬੇਟਾ DNA ਫਿੰਗਰਪ੍ਰਿੰਟਿੰਗ ਦੇ ਵਿੱਚ ਤੁਸੀਂ ਦੇਖਿਆ ਹੈਗਾ, ਅਸੀਂ ਮੈਂ ਇੱਕ ਨੀਚੇ ਹਾਂ ਤੋ ਫੋਰੈਂਸਿਕ ਦੇ ਵਿੱਚ ਕੀ ਹੈ ਕਿ ਸਭ ਤੋਂ ਪਹਿਲਾਂ ਅਸੀਂ ਜਿਵੇਂ ਕੋਈ DNA ਕ੍ਰਾਈਮ ਸੀਨ ਤੋਂ ਲਿਆ ਹੈ DNA, ਔਰ ਉਸ DNA ਦੀਆਂ ਅਸੀਂ ਕਾਪੀਜ਼ ਬਣਾਉਣੀਆਂ ਹੈਗੀਆਂ ਨੇ। ਔਰ ਜਿਹੜਾ ਹੁਣ ਅਸੀਂ DNA ਲਿਆ ਹੈਗਾ ਉਹ DNA ਦੇ ਅਸੀਂ ਕਾਪੀਜ਼ ਬਣਾ ਕੇ
ਉਸ ਦੇ ਵਿੱਚ ਸਾਡੇ ਕੋਲੋਂ ਸਭ ਤੋਂ ਮੁਸ਼ਕਿਲ ਚੀਜ਼ ਹੁੰਦੀ ਹੈ ਕਿ ਅਸੀਂ ਉਸ ਦੇ ਵਿੱਚ ਮਾਰਕਰ ਅਲੀਲ ਆਇਡੈਂਟੀਫਾਈ ਕਰਨਾ ਹੁੰਦਾ ਹੈ। ਉਹ ਮਾਰਕਰ ਅਲੀਲ ਜੇ ਸਾਡੇ ਕੋਲ ਆਇਡੈਂਟੀਫਾਈ ਹੋ ਜਾਏ ਤਾਂ ਬਹੁਤ ਈਜ਼ੀ ਹੈ ਕਿ ਅਸੀਂ ਸਸਪੈਕਟ ਦੇ ਨਾਲ ਉਸ ਨੂੰ ਜਿਹੜਾ ਹੈ ਮੈਚ ਕਰਕੇ ਐਂਡ ਵੀ ਕੈਨ ਆਇਡੈਂਟੀਫਾਈ ਦਾ ਪ੍ਰੋਪਰ ਯੂ ਕੈਨ ਸੇ ਕ੍ਰਿਮੀਨਲ ਔਰ ਦਾ ਸਸਪੈਕਟ ਜਿਹੜਾ ਕਿ ਜਿਸ ਨੇ ਉਸ ਕ੍ਰਾਈਮ ਸੀਨ ਜਿਹੜਾ ਕ੍ਰਾਈਮ ਹੈ ਉਹ ਕੀਤਾ ਹੋਏਗਾ। ਤੁਸੀਂ ਨੀਚੇ ਇਸ ਦੇ ਵਿੱਚ ਜਿਵੇਂ ਮੈਂ ਦੱਸਿਆ ਹੈ ਯੈਸ। ਹੁਣ ਦੇਖੋ ਬੇਟਾ, ਸਭ ਤੋਂ ਪਹਿਲਾਂ ਜਿਵੇਂ ਤੁਸੀਂ ਦੇਖ ਰਹੇ ਹੋ ਆ ਸਾਡੇ ਕੋਲ ਕਮਰਸ਼ੀਅਲੀ ਅਵੇਲੇਬਲ DNA ਦੇ ਸੈਗਮੈਂਟਸ ਨੇ 100 200 300 400 500 ਇਸ ਤਰ੍ਹਾਂ ਅਰੇਂਜ ਹੋਏ ਪਏ ਨੇ। ਹੁਣ ਸਾਡੇ ਕੋਲ ਆ ਗਿਆ DNA ਫਰੋਮ ਦਾ ਕ੍ਰਾਈਮ ਸੀਨ। ਕ੍ਰਾਈਮ ਸੀਨ ਤੋਂ ਜਿਹੜਾ DNA ਅਸੀਂ ਲਿਆ ਹੈ ਉਸ ਦਾ ਸਾਡੇ ਕੋਲ ਬੇਸ ਪੇਅਰ ਸੀਕੁਐਂਸ ਆ ਰਿਹਾ ਹੈ 200। 3 ਸਸਪੈਕਟਸ ਨੇ 1 2 3 3 ਬੰਦੇ ਨੇ ਜਿਨ੍ਹਾਂ 'ਤੇ ਸਾਨੂੰ ਸ਼ੱਕ ਹੈਗਾ ਕਿ ਇਹਨਾਂ ਨੇ ਕ੍ਰਾਈਮ ਜਿਹੜਾ ਹੈ ਉਹ ਕੀਤਾ ਹੈਗਾ। ਪਹਿਲੇ ਸਸਪੈਕਟ ਦਾ DNA ਸਾਡੇ ਕੋਲ 100 ਬੇਸ ਪੇਅਰ ਮਾਰਕਰ ਅਲੀਲ ਮਿਲ ਰਿਹਾ ਹੈ। ਦੂਸਰੇ ਦਾ ਜਿਹੜਾ ਹੈ ਉਹ ਵੀ ਸਾਨੂੰ 300 ਹੀ ਮਿਲ ਰਿਹਾ ਹੈ। ਔਰ ਤੀਸਰਾ ਜਿਹੜਾ ਹੈ ਤੀਸਰੇ ਦਾ ਸਾਨੂੰ ਜਿਹੜਾ ਹੈ 200 ਵੀ ਮਿਲ ਰਿਹਾ ਹੈ ਔਰ ਸੈਕਿੰਡ ਦਾ ਵੀ 200 ਜਿਹੜਾ ਹੈ ਉਹ ਮਿਲ ਰਿਹਾ ਹੈ। ਸੋ ਜਿਹੜਾ ਕ੍ਰਾਈਮ ਸੀਨ ਵਾਲਾ ਹੈ ਉਹਦਾ ਆਲਰੇਡੀ 200 ਹੈ ਔਰ ਸਾਡੇ ਫਿਰ ਸਸਪੈਕਟ ਕਿਹੜੇ ਹੋ ਗਏ 2 ਐਂਡ 3। ਇਹਨਾਂ ਦੋਨਾਂ ਦੇ ਵਿੱਚੋਂ ਹੀ ਕੋਈ ਸਸਪੈਕਟ ਹੈ ਜਿਸ ਨੇ ਇਹ ਕ੍ਰਾਈਮ ਕੀਤਾ ਹੈ। ਸੋ ਦੈਟ ਇਜ਼ ਵਾਈ DNA ਫਿੰਗਰ ਪ੍ਰਿੰਟਿੰਗ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਜਿਸ 'ਤੇ ਅਸੀਂ ਇਹ ਯੂਜ਼ ਕਰ ਰਹੇ ਹਾਂ। ਔਰ ਇਸ ਦੇ ਵਿੱਚ ਬੇਟਾ ਮੈਂ ਜੈਲ ਇਲੈਕਟ੍ਰੋਫੋਰੇਸਿਸ ਦੀ ਇੱਕ ਤੁਹਾਨੂੰ ਡਾਇਗਰਾਮ ਵੀ ਨੀਚੇ ਦਿਖਾਈ ਹੈਗੀ ਹੈ। ਹਾਂ, ਦਿਸ ਇਜ਼ ਦਾ ਡਾਇਗਰਾਮ ਕਿ ਕਿਵੇਂ ਜਿਹੜਾ ਇਹ ਪੂਰਾ ਪ੍ਰੋਸੈਸ ਹੈ ਇਹ ਕੰਮ ਕਰਦਾ ਹੈਗਾ। ਬੇਟਾ ਹੁਣ ਤੁਸੀਂ ਇਸ ਦੇ ਵਿੱਚ ਦੇਖੋ ਆ ਸਾਡੇ ਕੋਲ ਇੱਕ ਪਰਟੀਕੂਲਰ ਅਪਰੇਟਸ ਹੈ। ਦਿਸ ਇਜ਼ ਅ ਪਰਟੀਕੂਲਰ ਅਪਰੇਟਸ ਜਿਸ ਦੇ ਵਿੱਚ ਆ ਤੁਸੀਂ ਦੇਖੋਗੇ ਵੈਲਜ਼ ਲਿਖਿਆ ਹੈ। ਤਾਂ ਪਹਿਲਾ ਵੈਲ ਜਿਹੜਾ ਹੈ ਇਸ ਦੇ ਵਿੱਚ ਤਾਂ ਕਮਰਸ਼ੀਅਲੀ ਅਵੇਲੇਬਲ ਸਾਡੇ ਕੋਲ ਬੇਸ ਪੇਅਰਸ ਹੋਣਗੇ 2 3 ਔਰ 4। ਇਹਨਾਂ ਦੇ ਵਿੱਚ ਅਸੀਂ ਅਲੱਗ-ਅਲੱਗ ਸਸਪੈਕਟਸ ਦੇ ਜਿਹੜੇ DNA ਅਸੀਂ ਮਲਟੀਪਲਾਈ ਕੀਤੇ ਨੇ ਅਸੀਂ ਜਾਂ ਉਹ DNA ਜਿਹੜੇ ਨੇ ਅਸੀਂ ਇਹਨਾਂ ਦੇ ਵਿੱਚ ਪਾਏ ਹੋਏ ਨੇ ਔਰ ਇਸ ਦਾ ਇੱਕ ਟਰਮੀਨਲ ਨੈਗੇਟਿਵ ਔਰ ਇੱਕ ਪੋਜ਼ੀਟਿਵ ਦੇ ਨਾਲ ਅਟੈਚ ਹੈਗਾ। ਤੋ ਜਦੋਂ ਅਸੀਂ ਇਲੈਕਟ੍ਰਿਸਿਟੀ ਪਾਸ ਕਰਦੇ ਹਾਂ ਤਾਂ ਜਿਹੜੇ ਬਹੁਤ ਹੀ ਸਮੌਲ ਜਿਹੜਾ DNA ਹੈ ਉਹ ਫਟਾਫਟ ਅਰਾਈਜ਼ ਕਰਦਾ ਹੈ, ਫਟਾਫਟ ਮੂਵ ਕਰਦਾ ਹੈ। ਯਾਨੀ ਕਿ 100 ਬੇਸ ਪੇਅਰ ਜਿਹੜਾ ਹੈ ਉਹ ਸਭ ਤੋਂ ਪਹਿਲਾਂ ਉੱਪਰ ਨੂੰ ਜਾਏਗਾ, ਉਸ ਤੋਂ ਨੀਚੇ 200 ਹੈ, ਉਸ ਤੋਂ ਨੀਚੇ 300 ਫਿਰ 400 ਹੈ। ਸੋ ਇਸ ਤਰ੍ਹਾਂ ਇਹ ਜਿਹੜਾ ਹੈ ਇਹ ਜੈਲ ਇਲੈਕਟ੍ਰੋਫੋਰੇਸਿਸ ਜਿਹੜੀ ਹੈ ਉਹ ਵਰਕ ਕਰ ਰਿਹਾ ਹੈ। ਔਰ ਜਿਹੜੀ ਜੈਲ ਇਸ ਦੇ ਵਿੱਚ ਇਸਤੇਮਾਲ ਹੈ ਦੈਟ ਇਜ਼ ਕਾਲਡ ਐਜ਼ ਪੋਲੀਸੈਕਰਾਈਡ ਜੈਲ ਹੈ ਕਾਲਡ ਐਗਰੋਜ਼। ਇਸ ਦਾ ਨਾਂ ਹੈ ਐਗਰੈਗਰ ਜਾਂ ਐਗਰੋਜ਼। ਇਹ ਜੈਲ ਹੈ ਜਿਹੜੀ ਇਸ ਦੇ ਵਿੱਚ ਪੈਂਦੀ ਹੈਗੀ ਹੈ। ਸੋ ਇਹ ਪੂਰਾ ਬੇਟਾ ਤੁਸੀਂ ਰੀਡ ਕਰਨਾ ਹੈ। ਜੈਲ ਇਲੈਕਟ੍ਰੋਫੋਰੇਸਿਸ ਦਾ ਪੂਰਾ ਜਿਹੜਾ ਜੋ ਵੀ ਮੈਂ ਪੂਰਾ ਮੈਥਡ ਹੈ ਉਹ ਇਸ ਨੂੰ ਐਕਸਪਲੇਨ ਕੀਤਾ ਹੈ ਇਸ ਦੇ ਵਿੱਚ। ਸੋ ਦਿਸ ਵਾਜ਼ ਰਿਗਾਰਡਿੰਗ ਯੂ ਕੈਨ ਸੇ ਕਿ ਰਿਗਾਰਡਿੰਗ ਦਾ ਜੈਲ ਇਲੈਕਟ੍ਰੋਫੋਰੇਸਿਸ। ਇਸ ਦੇ ਵਿੱਚ ਹਾਊ ਡੂ DNA ਫਰੈਗਮੈਂਟਸ हाँ yes ਹਾਊ ਡੂ DNA ਫਰੈਗਮੈਂਟਸ ਮੂਵ ਥਰੂ ਦਾ ਜੈਲ। ਤੋ ਜੈਲ ਦੇ ਥਰੂ ਕਿਵੇਂ ਮੂਵ ਕਰਦੇ ਨੇ ਜਿਵੇਂ ਮੈਂ ਤੁਹਾਨੂੰ ਅੱਗੇ ਹੀ ਦੱਸਿਆ ਹੈ ਕਿ ਜਦੋਂ ਅਸੀਂ ਇਲੈਕਟ੍ਰਿਸਿਟੀ ਪਾਸ ਕਰਦੇ ਹੈਗੇ ਆ ਤੋ DNA ਦੇ ਜਿਹੜੇ ਆਪਣੇ ਜੋ ਵੀ ਸੈਗਮੈਂਟਸ ਨੇ ਦੇ ਵਿਲ ਸਟਾਰਟ ਮੂਵਿੰਗ। ਤੋ ਜੋ ਬਿਲਕੁਲ ਸਮੌਲ ਸੈਗਮੈਂਟਸ ਨੇ ਉਹ ਸਭ ਤੋਂ ਪਹਿਲਾਂ ਮੂਵ ਕਰਦੇ ਨੇ ਅਤੇ ਲਾਰਜਰ ਵਨ ਐਟ ਦਾ ਐਂਡ ਦੇ ਵਿੱਚ। ਸੋ ਇਹ ਪੂਰਾ ਪ੍ਰੋਸੈਸ ਜਿਹੜਾ ਹੈ ਤੁਸੀਂ ਰੀਡ ਕਰਨਾ ਹੈ ਔਰ ਇਸ ਨੂੰ ਲਰਨ ਕਰਨਾ ਹੈ। ਸੋ ਦਿਸ ਵਾਜ਼ ਆਲ ਰਿਗਾਰਡਿੰਗ ਦਾ PCR ਐਂਡ ਜੈਲ ਇਲੈਕਟ੍ਰੋਫੋਰੇਸਿਸ।